ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇ ਪਿਆਰਿਓ, ਵੋਲੀਅਮ ਨੰਬਰ 3 ਦੇ ਵਿੱਚ ਆਨੰਦ ਸਰੋਵਰ ਭਾਗ ਪਹਿਲੇ ਦੇ ਅੰਗ 16 ਤੱਕ ਆਪਾਂ ਸਰਵਣ ਕੀਤਾ ਸੀ। ਹੁਣ ਵੋਲੀਅਮ ਨੰਬਰ 4 ਪ੍ਰਾਰੰਭ ਹੁੰਦਾ ਹੈ। ਆਨੰਦ ਸਰੋਵਰ ਦੇ ਪਹਿਲੇ ਭਾਗ ਦੇ 17ਵੇਂ ਅੰਗ ਤੋਂ ਆਪਾਂ ਪ੍ਰਾਰੰਭ ਕਰ ਰਹੇ ਹਾਂ। ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰੋ ਜੀ। ਰੁੜਕੀ ਪੁੱਜਣਾ। ਇਸ ਘਟਨਾ ਦੇ ਬਾਅਦ ਹਜੂਰ ਸਾਹਿਬ ਦੀ ਯਾਤਰਾ ਤੇ ਜਾਣ ਦਾ ਵਿਚਾਰ ਪ੍ਰਬਲ ਹੋ ਗਿਆ। ਪੰਡਤ ਕਿਸ਼ਨ ਸਿੰਘ ਜੀ ਦੇ ਕਥਨ ਅਨੁਸਾਰ ਹਜੂਰ ਸਾਹਿਬ ਦੀ ਯਾਤਰਾ ਕਰਨ ਤੇ ਉੱਥੇ ਜਾ ਕੇ ਸੇਵਾ ਕਰਨ ਦਾ ਫੁਰਨਾ ਦੇਵੀ ਸ਼ਕਤੀ ਵੱਲੋਂ ਹੋਇਆ। ਸਭ ਪਾਠਕ ਇਹ ਜਾਣਦੇ ਹੀ ਹਨ ਕਿ ਹਜੂਰ ਸਾਹਿਬ ਸ਼੍ਰੀ ਅਬਚਲ ਨਗਰ, ਨਾਂਦੇੜ ਸ਼ਹਿਰ, ਹੈਦਰਾਬਾਦ ਦੱਖਣ ਵਿਖੇ ਉਹ ਮਹਾਨ ਪਵਿੱਤਰ ਅਸਥਾਨ ਹੈ ਜਿੱਥੇ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਅੰਤਮ ਕੌਤਕ ਵਰਤਾਇਆ। ਇਹ ਅਸਥਾਨ ਖਾਲਸਾ ਜੀ ਦਾ ਚੌਥਾ ਤਖਤ ਹੈ ਜਿਸ ਦੀ ਆਪਣੇ ਜੀਵਨ ਵਿੱਚ ਇੱਕ ਯਾਤਰਾ ਕਰਨੀ ਹਰੇਕ ਸਿੱਖ ਦਾ ਕਰਤੱਵ ਸਮਝਿਆ ਜਾਂਦਾ ਹੈ। ਜਦ ਰੇਲ ਨਹੀਂ ਸੀ ਚੱਲੀ ਤਾਂ ਬੜੇ ਸਫ਼ਰ ਜਾਲ ਕੇ ਕੁਝ ਪੈਦਲ, ਕੁਝ ਘੋੜਿਆਂ, ਬੈਲ ਗੱਡੀਆਂ ਜਾਂ ਰੱਥਾਂ ਤੇ ਚੜ੍ਹ ਕੇ ਤੇ ਕਈ ਜੰਗਲਾਂ ਤੇ ਦਰਿਆਵਾਂ ਨੂੰ ਪਾਰ ਕਰਕੇ ਇਸ ਯਾਤਰਾ ਨੂੰ ਸਿੰਘ ਪੂਰਾ ਕਰਦੇ ਹੁੰਦੇ ਸਨ। ਪਰ ਜਿਸ ਸਮੇਂ ਦਾ ਅਸੀਂ ਹਾਲ ਵਰਣਨ ਕਰ ਰਹੇ ਹਾਂ ਉਸ ਵੇਲੇ ਮਨਵਾੜ ਜੰਕਸ਼ਨ ਤੱਕ ਰੇਲ ਪੁੱਜ ਚੁੱਕੀ ਸੀ ਤੇ ਅੱਗੋਂ ਵੀ ਲਗਭਗ 225 ਮੀਲਾਂ ਦਾ ਸੜਕੀ ਸਫ਼ਰ ਸੀ। ਉਸ ਸਮੇਂ ਮਨਮਾੜ ਤੱਕ ਦਾ ਕਿਰਾਇਆ 25 ਕੁ ਰੁਪਏ ਲੱਗਦਾ, ਪਰ ਚੰਗੀ ਤਰ੍ਹਾਂ ਯਾਤਰਾ ਕਰਨ ਲਈ 100 ਕੁ ਰੁਪਏ ਆਉਣ ਜਾਣ ਦੇ ਲੱਗ ਜਾਂਦਾ। ਸੋ ਆਪਣੀ ਕਮਾਈ ਦੇ 100 ਰੁਪਇਆਂ ਦੀ ਲੋੜ ਬਾਬਾ ਜੀ ਨੂੰ ਪ੍ਰਤੀਤ ਹੋਈ। ਉਹਨਾਂ ਦਿਨਾਂ ਵਿੱਚ ਰੁੜਕੀ ਇੱਕ ਬਹੁਤ ਵੱਡੀ ਛਾਉਣੀ ਅਤੇ ਇੰਜੀਨੀਅਰਿੰਗ ਦਾ ਕੇਂਦਰ ਸੀ। ਉੱਥੇ ਪਹੁੰਚੇ ਤੇ ਸਫ਼ਰਮੈਨਾਂ ਦੀ ਕੰਪਨੀ ਵਿੱਚ ਜਾ ਭਰਤੀ ਹੋਏ। ਇਹ ਗੱਲ ਲਗਭਗ ਸੰਨ 1902-3 ਦੀ ਮਾਲੂਮ ਹੁੰਦੀ ਹੈ। ਕੋਈ ਪੱਕਾ ਸਬੂਤ ਨਹੀਂ। ਆਪਣੇ ਕਿੱਤੇ ਵਿੱਚ ਪ੍ਰਬੀਨਤਾ ਦੇ ਕਾਰਨ ਡਿਊਟੀ ਵੀ ਮਨਮਰਜ਼ੀ ਦੀ ਮਿਲ ਗਈ। ਜਿਸ ਦਾ ਮੁੱਖ ਕੰਮ ਫੌਜੀ ਗੁਰਦੁਆਰੇ ਦੀ ਸੇਵਾ ਵਿੱਚ ਸੀ। ਅੰਮ੍ਰਿਤ ਵੇਲੇ ਹੀ ਬੈਰਾਗਣ ਲੈ ਕੇ ਬਾਬਾ ਜੀ ਨੇ ਭਜਨ ਵਿੱਚ ਬੈਠ ਜਾਣਾ ਅਤੇ ਦਿਨ ਦੇ ਵਿੱਚ ਹਰ ਪ੍ਰਕਾਰ ਦੀ ਸੇਵਾ ਕਰਨ ਵਿੱਚ ਵੀ ਕੋਈ ਕਸਰ ਨਾ ਛੱਡਣੀ। ਇਹਨਾਂ ਦੀ ਭਜਨੀਕ ਬਿਰਤੀ ਅਤੇ ਅਤੁੱਟ ਸੇਵਾ ਨੇ ਸਭ ਦਾ ਦਿਲ ਮੋਹ ਲਿਆ। ਗੁਰਦੁਆਰੇ ਦੇ ਗ੍ਰੰਥੀ ਕੋਲ ਹੀ ਆਪਣੀ ਤਲਬ ਰੱਖ ਛੱਡਦੇ। ਉਸ ਨੂੰ ਕਹਿ ਦਿੱਤਾ ਕਿ ਜਦ 100 ਰੁਪਈਆ ਜਮ੍ਹਾਂ ਹੋ ਜਾਵੇ ਤਾਂ ਦੱਸ ਦੇਵੇ। ਜਦੋਂ ਹਜੂਰ ਸਾਹਿਬ ਦੀ ਯਾਤਰਾ ਦੇ ਮਨੋਰਥ ਸੰਬੰਧੀ ਸੰਗਤ ਨੂੰ ਪਤਾ ਲੱਗਾ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਸਾਰਾ ਖਰਚ ਉਹ ਆਪਣੇ ਵੱਲੋਂ ਕਰ ਦੇਣਗੇ ਜੇ ਬਾਬਾ ਜੀ ਯਾਤਰਾ ਕਰਕੇ ਮੁੜ ਇੱਥੇ ਹੀ ਆ ਜਾਣ। ਇਸ ਪਰ ਆਪਣੇ ਸੁਭਾਅ ਅਨੁਸਾਰ ਬਾਬਾ ਜੀ ਨੇ ਤੜਕ ਕੇ ਕਿਹਾ, ਇਸ ਤਰ੍ਹਾਂ ਯਾਤਰਾ ਤਾਂ ਫਿਰ ਤੁਹਾਡੀ ਹੀ ਹੋਈ ਨਾ। ਇਸ ਪਰ ਉਹ ਨਿਰ ਉੱਤਰ ਹੋ ਗਏ। ਹਜੂਰ ਸਾਹਿਬ ਪਹੁੰਚ ਕੇ ਉੱਥੇ ਦੇ ਸਾਰੇ ਗੁਰ ਸਥਾਨਾਂ ਦੇ ਦਰਸ਼ਨ ਬੜੇ ਸ਼ਰਧਾ ਭਾਵ ਦੇ ਨਾਲ ਕੀਤੇ। ਨਾਂਦੇੜ ਵਿੱਚ ਹੋਰ ਗੁਰਦੁਆਰੇ ਸ਼ਿਕਾਰ ਘਾਟ ਦੱਖਣ ਪਾਸੇ ਗੋਦਾਵਰੀ ਦੇ ਕੰਢੇ, ਸੰਗਤ ਸਾਹਿਬ ਸ਼ਹਿਰ ਵਿੱਚ, ਹੀਰਾ ਘਾਟ ਦੱਖਣ ਵੱਲ ਜਿਸ ਥਾਂ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦਾ ਅਰਪਣ ਕੀਤਾ ਹੀਰਾ ਗੋਦਾਵਰੀ ਵਿੱਚ ਸੁੱਟ ਦਿੱਤਾ ਸੀ। ਇਸ ਦੇ ਪਾਸ ਹੀ ਮਾਤਾ ਸਾਹਿਬ ਕੌਰ ਜੀ ਦਾ ਅਸਥਾਨ ਹੈ। ਨਗੀਨਾ ਘਾਟ ਜਿੱਥੇ ਸਿੱਖਾਂ ਦਾ ਅਰਪਿਆ ਨਗੀਨਾ ਨਦੀ ਵਿੱਚ ਸੁੱਟਿਆ ਸੀ ਪੱਛਮ ਵੱਲ। ਬੰਦਾ ਘਾਟ ਬੰਦੇ ਬਹਾਦਰ ਵਾਲਾ ਮਾਲ ਟੇਕਰੀ ਉੱਤਰ ਵੱਲ ਜਿੱਥੇ ਗੁਰੂ ਸਾਹਿਬ ਨੇ ਗੁਪਤ ਖਜ਼ਾਨਾ ਕੱਢ ਕੇ ਪਠਾਨ ਨੌਕਰਾਂ ਨੂੰ ਤਨਖਾਹ ਵੰਡੀ ਤੇ ਬਾਕੀ ਉੱਥੇ ਹੀ ਦਬ ਦਿੱਤਾ। ਉਸ ਪਾਸੇ ਦਾ ਸ਼੍ਰੋਮਣੀ ਤੇ ਕੇਂਦਰੀ ਸਥਾਨ ਸੱਚਖੰਡ ਦੇ ਨਾਮ ਤੇ ਪ੍ਰਸਿੱਧ ਹੈ ਤੇ ਉਸ ਦੇ ਹੈੱਡ ਪੁਜਾਰੀ ਬਾਬਾ ਹੀਰਾ ਸਿੰਘ ਜੀ ਇੱਕ ਕਰਨੀ ਵਾਲੇ ਸਿੰਘ ਸਨ। ਉਹ ਸਨ ਵੀ ਪਤੌੜ ਦੇ ਇਲਾਕੇ ਸਹਿਣਾ ਪਿੰਡ ਦੇ। ਉਹਨਾਂ ਉੱਤੇ ਬਾਬਾ ਜੀ ਦੀ ਰਹਿਣੀ ਬਹਿਣੀ ਦਾ ਬੜਾ ਪ੍ਰਭਾਵ ਪਿਆ। ਇਹਨਾਂ
ਜਿਉਂ ਚੌਂਕੜੀ ਮਾਰਨੀ, ਉੱਠਣ ਦਾ ਨਾਂ ਹੀ ਨਾ ਲੈਣਾ। ਇੱਕ ਦਿਨ ਬਾਬਾ ਜੀ ਨੇ ਜਾਚਨਾ ਕੀਤੀ, ਮਹਾਰਾਜ ਕੋਈ ਸੇਵਾ ਬਖਸ਼ੋ। ਤਾਂ ਹੈੱਡ ਪੁਜਾਰੀ ਜੀ ਨੇ ਫਰਮਾਇਆ, ਤੁਹਾਡੇ ਲਈ ਸਭ ਸੇਵਾ ਖੁੱਲੀ ਹੈ, ਜੋ ਦਿਲ ਕਰਦਾ ਹੈ ਕਰ ਲਵੋ, ਪਰ ਤਨਖਾਹ ਕਿੰਨੀ ਲੈਣੀ ਹੈ? ਤਨਖਾਹ ਗੁਰੂ ਦੀ ਸੇਵਾ ਦੀ ਤਨਖਾਹ, ਲੰਗਰ ਤੋਂ ਪ੍ਰਸ਼ਾਦਾ ਛਕ ਲਵਾਂਗਾ। ਅੱਗੋਂ ਤੁਰੰਤ ਉੱਤਰ ਦਿੰਦਿਆਂ ਬੇਨਤੀ ਕੀਤੀ, ਪਰ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਉਹ ਬਖਸ਼ੋ। ਬਾਬਾ ਹੀਰਾ ਸਿੰਘ ਜੀ, ਵੱਡੀ ਸੇਵਾ ਤਾਂ ਇਹ ਹੈ ਕਿ ਗੁਰੂ ਸਾਹਿਬ ਦੇ ਅਸਥਾਨ ਦਾ ਇਸ਼ਨਾਨ ਰਾਤ ਦੇ 12 ਵਜੇ ਤੋਂ 20 ਮਿੰਟ ਪਿੱਛੋਂ ਕਰਾਇਆ ਜਾਂਦਾ ਹੈ। ਪਹਿਲਾਂ ਦੁੱਧ ਨਾਲ ਤੇ ਫਿਰ ਗੋਦਾਵਰੀ ਨਦੀ ਦੇ ਪਵਿੱਤਰ ਜਲ ਦੇ ਨਾਲ। ਇਸ ਨਦੀ ਨੂੰ ਖੀਰ ਗੰਗਾ ਵੀ ਕਹਿੰਦੇ ਹਨ, ਜਿਸ ਦਾ ਭਾਵ ਦੁੱਧ ਨਦੀ ਗੌਤਮੀ ਵੀ ਸੱਦਦੇ ਹਨ। ਤੇ ਇਸ ਦੇ ਕਿਨਾਰੇ ਹੀ ਅਹਲਿਆ ਦੀ ਕਲਿਆਣ ਸ਼੍ਰੀ ਰਾਮਚੰਦਰ ਜੀ ਨੇ ਕੀਤੀ। ਕਿਹਾ ਜਾਂਦਾ ਹੈ ਕਿ ਇਸ ਦੇ ਜਲ ਦਾ ਰੰਗ ਵੀ ਦੁਧੀਆ ਸੀ। ਸ਼੍ਰੀ ਸੱਚਖੰਡ ਸਾਹਿਬ ਦੀ ਪੁਰਾਤਨ ਮਰਜ਼ਾਦਾ ਅਨੁਸਾਰ ਬਾਬਾ ਹੀਰਾ ਸਿੰਘ ਜੀ ਵੀ ਅਸਥਾਨ ਦੀ ਅੰਦਰਲੀ ਸੇਵਾ ਮਾਨਸਿਕ ਪੂਜਾ ਵਾਂਗ ਕਰਦੇ ਸਨ। ਜਿਵੇਂ ਕਿ ਪ੍ਰਤੱਖ ਕਿਸੇ ਦਾ ਇਸ਼ਨਾਨ ਕਰਾਈਦਾ ਹੈ, ਉਸੇ ਤਰ੍ਹਾਂ ਦਸ਼ਮੇਸ਼ ਜੀ ਦੇ ਇਸ਼ਨਾਨ ਵਾਸਤੇ ਤੇਲ, ਸਾਬਣ, ਤੌਲੀਆ ਰੱਖਣਾ ਤੇ ਚੱਦਰ ਆਦਿ ਪੇਸ਼ ਕਰਨੀ। ਇਹੋ ਮਰਜ਼ਾਦਾ ਬਾਬਾ ਜੀ ਨੇ ਵੀ ਅਪਣਾ ਲਈ, ਜਿਵੇਂ ਕਿ ਬਾਅਦ ਦੇ ਵਿੱਚ ਪਤਾ ਚੱਲਦਾ ਹੈ। ਉਸ ਵੇਲੇ 2 ਗਾਗਰਾਂ ਗੋਦਾਵਰੀ ਨਦੀ ਤੋਂ ਲਿਆਓ, ਜੇ ਬਿਨਾਂ ਨਾਗਾ ਲਿਆ ਸਕੋ। ਨਦੀ ਉੱਥੋਂ ਮੁੰਨਾ ਕੋ ਮਿਲਦੀ ਵਿੱਥ ਤੇ ਹੈ। ਸਤ ਬਚਨ ਬੜੇ ਧੰਨ ਭਾਗ ਕਹਿ ਕੇ ਇਸ ਸੇਵਾ ਦਾ ਬੀੜਾ ਚੁੱਕ ਲਿਆ ਤੇ ਸਾਲ ਭਰ ਇਸ ਸੇਵਾ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ। ਇੱਕ ਸਵੇਰ ਦੀ ਗੱਲ ਹੈ ਕਿ ਜਦ ਜਲ ਨਾਲ ਥੜੇ ਸਾਹਿਬ ਦਾ ਇਸ਼ਨਾਨ ਕਰਾਉਣ ਲੱਗੇ ਤਾਂ ਹੈੱਡ ਪੁਜਾਰੀ ਨੇ ਕਿਹਾ, ਠਹਿਰ ਜਾਓ। ਬੇਨਤੀ ਕੀਤੀ, ਦਾਸ ਤੋਂ ਕੀ ਅਵੱਗਿਆ ਹੋ ਗਈ ਹੈ? ਤਾਂ ਪੁਜਾਰੀ ਜੀ ਨੇ ਕਿਹਾ, ਆਉਂਦਿਆਂ ਹੋਇਆਂ ਅੱਜ ਤੁਹਾਡਾ ਪੱਲਾ ਇੱਕ ਮੁਸਲਮਾਨ ਨਾਲ ਛੋ ਗਿਆ ਸੀ। ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਦਾ ਮਨੁੱਖ ਹੋਵੇਗਾ, ਕਿਉਂਕਿ ਵੈਸੇ ਤਾਂ ਕਈ ਮੁਸਲਮਾਨ ਦਸ਼ਮੇਸ਼ ਜੀ ਦੇ ਪਿਆਰੇ ਤੇ ਸ਼ਰਧਾਲੂ ਸਨ। ਸ਼ਾਇਦ ਇਸੇ ਘਟਨਾ ਦੇ ਪ੍ਰਭਾਵ ਹੇਠਾਂ ਬਾਬਾ ਜੀ ਸੁਚਮਤਾ ਦਾ ਬੜਾ ਖਿਆਲ ਰੱਖਦੇ ਸਨ। ਤਾਂ ਪੁਜਾਰੀ ਨੇ ਕਿਹਾ ਕਿ ਆਉਂਦਿਆਂ ਹੋਇਆਂ ਅੱਜ ਤੁਹਾਡਾ ਪੱਲਾ ਇੱਕ ਮੁਸਲਮਾਨ ਨਾਲ ਛੋ ਗਿਆ ਸੀ। ਇਸ ਪਰ ਗਾਗਰ ਦਾ ਪਾਣੀ ਬਾਹਰ ਡੋਲ ਦਿੱਤਾ ਗਿਆ ਤੇ ਫਿਰ ਇਸ਼ਨਾਨ ਕਰਕੇ ਕੱਪੜੇ ਬਦਲ ਕੇ ਜਲ ਲਿਆਂਦਾ ਤੇ ਇਸ਼ਨਾਨ ਕਰਾਉਣ ਦੀ ਮਰਜ਼ਾਦਾ ਪੂਰੀ ਕੀਤੀ। ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨ। ਇਹਨਾਂ ਦਿਨਾਂ ਦੀ ਇੱਕ ਘਟਨਾ ਬਾਬਾ ਜੀ ਨੇ ਆਪ ਸਰਦਾਰ ਸੰਪੂਰਨ ਸਿੰਘ ਜੀ ਨੂੰ ਇਉਂ ਦੱਸੀ। ਇੱਕ ਸਵੇਰ ਅਸੀਂ ਦੀਵਾਨ ਵਿੱਚ ਬੈਠੇ ਹੋਏ ਸਾਂ ਕਿ ਇੱਕ ਬਾਲਕ ਘੜੀ ਮੁੜੀ ਇੱਧਰ ਉੱਧਰ ਸੱਚਖੰਡ ਦੇ ਦਰਵਾਜ਼ੇ ਅੱਗੇ ਪਿਆ ਫਿਰਦਾ ਦਿਖਾਈ ਦਿੱਤਾ। ਅਸੀਂ ਸੋਚਿਆ ਕਿ ਐਸਾ ਕੌਣ ਹੈ ਜੋ ਇਹ ਨਾਵਾਜਬ ਹਰਕਤ ਕਰ ਰਿਹਾ ਹੈ। ਅਸੀਂ ਉਸ ਨੂੰ ਕੁਝ ਕਹਿਣ ਹੀ ਲੱਗੇ ਸਾਂ, ਪਰ ਝਿਜਕ ਗਏ। ਪਿੱਛੋਂ ਜਦ ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਦਰਸ਼ਨ ਦਿੱਤੇ ਤਾਂ ਉਹਨਾਂ ਨੇ ਫਰਮਾਇਆ ਕਿ ਉਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਸੀ, ਉਹ ਤਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਆਪ ਸਨ। ਇਹ ਸੇਵਾ ਕਰਦਿਆਂ ਸਾਹਿਬ ਕਲਗੀਧਰ ਮਹਾਰਾਜ ਜੀ ਦੇ ਵੀ ਦਰਸ਼ਨ ਹੋਣੇ ਦੱਸੀਦੇ ਹਨ। ਸ਼ਰਧਾਵਾਨ ਪਾਠਕਾਂ ਦੇ ਲਈ ਤਾਂ ਇਹਨਾਂ ਦਰਸ਼ਨਾਂ ਸੰਬੰਧੀ ਕਿਸੇ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ, ਪਰ ਕਈ ਵਿਗਿਆਨੀ ਕਹਿ ਦਿੰਦੇ ਹਨ ਕਿ ਇਹ ਦਰਸ਼ਨ ਆਪਣੇ ਮਨ ਦਾ ਹੀ ਪ੍ਰਤੀਬਿੰਬ ਜਾਂ ਪ੍ਰੋਜੈਕਸ਼ਨ ਹੁੰਦੇ ਹਨ। ਉਹਨਾਂ ਦਾ ਇਹ ਉਜਰ ਆਤਮਿਕ ਅਗਿਆਨਤਾ ਤੇ ਆਧਾਰਿਤ ਹੈ। ਇਸ ਸੰਬੰਧੀ ਵਧੇਰੇ ਵਿਚਾਰ ਚੌਥੇ ਭਾਗ ਵਿੱਚ ਦਿੱਤੇ ਜਾਣਗੇ। ਵਿਦਿਆ ਪੜ੍ਹੋ। ਅੱਗੇ ਜਾ ਕੇ ਬਾਬਾ ਜੀ ਨੇ ਇਹ ਦੱਸਿਆ ਕਿ ਇੱਕ ਦਿਨ ਅਸੀਂ ਲੰਮੇ ਪਏ ਹੋਏ ਸਾਂ ਤੇ ਜਦ ਜਰਾ ਅੱਖ ਲੱਗ ਗਈ ਤਾਂ ਇਉਂ ਮਾਲੂਮ ਹੋਇਆ ਜਿਵੇਂ ਕੋਈ ਟੁੰਬ ਕੇ ਕਹਿੰਦਾ ਹੈ, ਵਿਦਿਆ ਪੜ੍ਹੋ। ਖਿਆਲ ਆਇਆ ਕਿ ਕਿੱਥੇ ਜਾ ਕੇ ਪੜ੍ਹੀਏ ਤਾਂ ਅੱਗੋਂ ਆਵਾਜ਼ ਜਿਹੀ ਆਈ, ਗੁਰੂ ਕਾਂਸ਼ੀ ਜਾਓ। ਇਹ ਸਭ ਜਾਣਦੇ ਹਨ ਕਿ ਹਜ਼ੂਰ ਸਾਹਿਬ ਵਿੱਚ ਆਏ ਜਾਂ ਰਹਿੰਦੇ ਪੰਜਾਬੀ ਸਿੰਘਾਂ ਦੇ ਨਾਲ ਦੱਖੜੀ ਸਿੰਘ ਹਮੇਸ਼ਾ ਕੁਝ ਖਾਰ ਖਾਂਦੇ ਰਹੇ ਹਨ। ਸੋ ਇਹ ਖਿਆਲ ਕਰਕੇ ਕਿ ਨਵਾਂ ਤਪਸਵੀ ਸਿੰਘ ਕਿਤੇ ਉੱਥੇ ਦੀ ਮਹੰਤੀ
ਹੈੱਡ ਗ੍ਰੰਥੀ ਜਾਂ ਪੁਜਾਰੀ ਦੀ ਸੇਵਾ ਹੀ ਨਾ ਸੰਭਾਲ ਲਵੇ। ਇਹਨਾਂ ਦੇ ਨਾਲ ਲਾਗਬਾਜੀ ਕਰਨ ਲੱਗ ਪਏ ਤਾਂ ਇਹ ਕਹਿ ਕੇ ਕਿ ਅਸਾਂ ਇਹਨਾਂ ਗੱਲਾਂ ਵਿੱਚੋਂ ਕੀ ਲੈਣਾ ਹੈ। ਯਾਤਰਾ ਦੀ ਮਨਸਾ ਸੀ ਜੋ ਗੁਰੂ ਕਿਰਪਾ ਨਾਲ ਪੂਰੀ ਹੋ ਗਈ ਤੇ ਵਿਦਿਆ ਪੜ੍ਹਨ ਦਾ ਫੁਰਨਾ ਉਤਪੰਨ ਹੋ ਰਿਹਾ ਹੈ। ਵਾਪਸ ਕਿਉਂ ਨਾ ਚੱਲੀਏ। ਦੇਸ਼ ਮੁੜਨ ਦਾ ਖਿਆਲ ਪੈਦਾ ਹੋ ਗਿਆ। ਇਹ ਸਨ 1903-4 ਦੀ ਗੱਲ ਮਾਲੂਮ ਹੁੰਦੀ ਹੈ। ਪੰਜਾਬ ਨੂੰ ਮੋੜਾ। ਮਾਇਆ ਜੋ ਕੋਲ ਸੀ ਉਹ ਸੇਵਾ ਜਾਂ ਹੋਰ ਫੁਟਕਲ ਕੰਮਾਂ ਵਿੱਚ ਖਰਚ ਹੋ ਗਈ ਸੀ। ਕਿਰਾਇਆ ਕਿਸੇ ਕੋਲੋਂ ਮੰਗਣਾ ਨਹੀਂ ਸਨ ਚਾਹੁੰਦੇ, ਸੋ ਰੱਬ ਤਵੱਕਲੀ ਚਾਲੇ ਪਾ ਦਿੱਤੇ। ਜ਼ਬਾਨੀ ਸਰਦਾਰ ਰਤਨ ਸਿੰਘ। ਜਦ ਮਨਮਾੜ ਸਟੇਸ਼ਨ ਦੇ ਪਲੇਟਫਾਰਮ ਤੇ ਪੁੱਜੇ ਤਾਂ ਗੱਡੀਆਂ ਸਾਰੀਆਂ ਭਰੀਆਂ ਹੋਈਆਂ ਵੇਖੀਆਂ। ਸਵਾਰੀਆਂ ਸਿਗਰਟ ਵੀ ਪੀਣ। ਫਿਰ ਇੱਕ ਖਾਲੀ ਗੱਡੀ ਵੇਖੀ। ਉਦੋਂ ਇਸ ਗੱਲ ਦਾ ਗਿਆਨ ਹੀ ਨਹੀਂ ਸੀ ਕਿ ਗੱਡੀਆਂ ਦੇ ਦਰਜੇ ਹੁੰਦੇ ਹਨ ਤੇ ਕਿਰਾਇਆ ਵੱਧ ਘੱਟ ਹੁੰਦਾ ਹੈ। ਸੋ ਅੰਦਰ ਜਾ ਕੇ ਬਹਿ ਗਏ। ਇਸ ਤਰ੍ਹਾਂ ਕੁਝ ਚਿਰ ਬੈਠੇ ਰਹੇ। ਜਦ ਗੱਡੀ ਚੱਲਣ ਦੀ ਸੀਟੀ ਵੱਜੀ ਤਾਂ ਕਿਸੇ ਨੇ ਕਿਹਾ, ਭਾਈ ਸਿੱਖਾ, ਬੈਠ ਤਾਂ ਗਿਆ ਏ, ਇਸ ਗੱਡੀ ਦਾ ਕਿਰਾਇਆ ਤਾਂ 7 ਗੁਣਾ ਹੈ। ਇੰਨੇ ਚਿਰ ਵਿੱਚ ਗੱਡੀ ਚੱਲ ਪਈ। ਇਸ ਪਰ ਵਿਚਾਰ ਆਇਆ, ਮਨਾ ਕੰਮ ਬੜਾ ਕਸੂਤਾ ਹੋ ਗਿਆ ਹੈ। ਹੁਣ ਬੈਠ ਕੇ ਉੱਠਣਾ ਵੀ ਠੀਕ ਨਹੀਂ ਤੇ ਜੇ ਕਿਸੇ ਨੇ ਪੁੱਛਿਆ ਜਾਂ ਫੜ ਲਿਆ ਫਿਰ ਵੀ ਹੱਤਕ ਹੋਵੇਗੀ। ਉਸ ਵਕਤ ਨਿਰੰਕਾਰ ਦਾ ਚਿੰਤਨ ਕੀਤਾ ਕਿ ਨਿਰੰਕਾਰ, ਗੱਡੀ ਵੀ ਤੇਰੀ ਹੈ ਤੇ ਮੈਂ ਵੀ ਤੇਰਾ ਹਾਂ, ਅੱਗੋਂ ਤੇਰੀ ਰਜ਼ਾ। ਇਹ ਬੇਨਤੀ ਕਰਕੇ ਇੱਕ ਕਮਾਈ ਹੋਈ ਸ਼ਬਦ ਦਾ ਅਰਾਧਨ ਵੀ ਕੀਤਾ, ਜਿਸ ਦਾ ਸਿੱਟਾ ਇਹ ਹੋਇਆ ਕਿ ਰਾਹ ਵਿੱਚ ਕਈ ਵਾਰੀ ਬਾਰੀ ਅੱਗੋਂ ਬਾਬੂ ਲੰਘੇ, ਤਾਕੀ ਹਿਲਾ ਛੱਡਣ, ਪਰ ਪੁੱਛਿਆ ਕਿਸੇ ਵੀ ਕੁਛ ਨਾ। ਇਸੇ ਤਰ੍ਹਾਂ ਬਿਨਾਂ ਕਿਸੇ ਰੋਕ ਟੋਕ ਦੇ ਬਠਿੰਡੇ ਆ ਪਹੁੰਚੇ ਤੇ ਉੱਥੇ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਪੁੱਜੇ। ਸਾਬੋ ਕੀ ਤਲਵੰਡੀ ਇਹ ਇਤਿਹਾਸਿਕ ਗੁਰਦੁਆਰਾ ਤਹਿਸੀਲ ਬਰਨਾਲਾ, ਜ਼ਿਲ੍ਹਾ ਬਠਿੰਡਾ ਵਿੱਚ ਹੈ, ਜਿੱਥੇ ਕਿ ਸ੍ਰੀ ਕਲਗੀਧਰ ਜੀ ਨੇ 9.5 ਮਹੀਨੇ ਨਿਵਾਸ ਕੀਤਾ ਤੇ ਆਪਣੀ ਆਤਮਿਕ ਸ਼ਕਤੀ ਦੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਲਿਖਵਾਇਆ। ਇਹ ਸਿੱਖ ਗਿਆਨੀਆਂ ਤੇ ਲਿਖਾਰੀਆਂ ਦੀ ਟਕਸਾਲ ਹੈ। ਸਰੋਵਰ ਚੋਂ ਲਿਖਣਸਰ ਉਹ ਅਸਥਾਨ ਹੈ ਜਿੱਥੇ ਲਿਖਣਾ ਕਲਮਾ ਘੜ ਕੇ ਦਸ਼ਮੇਸ਼ ਪਿਤਾ ਫਰਮਾਇਆ ਕਰਦੇ ਸਨ ਕਿ ਇਹ ਵਿਦਿਆ ਦੀ ਟਕਸਾਲ ਹੋਵੇਗੀ। ਭਾਈ ਕਾਹਨ ਸਿੰਘ ਜੀ ਦੇ ਮਹਾਨ ਕੋਸ਼ ਦੇ ਆਧਾਰ ਤੇ ਇਹ ਅਸਥਾਨ ਤੇ 4 ਸਰੋਵਰ ਹਨ, ਗੁਰੂਸਰ, ਨਾਨਸਰ, ਲਿਖਣਸਰ ਤੇ ਮਹਿਲਸਰ। ਮਾਲੂਮ ਹੁੰਦਾ ਹੈ ਕਿ ਨਾਨਸਰ ਦੇ ਨੇੜੇ ਹੀ ਠਹਿਰੇ। ਜ਼ਬਾਨੀ ਪੰਡਤ ਕਿਸ਼ਨ ਸਿੰਘ ਜੀ ਫਿਰ ਪਤਾ ਕੀਤਾ ਕਿ ਬਿਹੰਗਮਾਂ ਵਾਸਤੇ ਲੰਗਰ ਪਾਣੀ ਦਾ ਕੀ ਪ੍ਰਬੰਧ ਹੈ। ਬਿਹੰਗਮ ਦਾ ਅੱਖਰੀ ਅਰਥ ਹੈ ਆਕਾਸ਼ ਵਿੱਚ ਉੱਡਣ ਵਾਲਾ ਪੰਛੀ ਤੇ ਇੱਥੇ ਅਰਥ ਹੈ ਬਿਰਤੀ ਵਾਲਾ ਸਾਧੂ। ਇਸ ਨਾਮ ਨਾਲ ਹੀ ਬਾਬਾ ਜੀ ਦੇ ਠਾਠ ਤੇ ਸਦਾ ਰਹਿਣ ਵਾਲੇ ਸੇਵਾਦਾਰ ਸੱਦੀ ਦੇ ਹਨ। ਇਹ ਗ੍ਰਸਤੀ ਨਹੀਂ ਹੁੰਦੇ। ਪਾਠ ਕੀਰਤਨ ਤੋਂ ਛੁੱਟ ਹਰ ਪ੍ਰਕਾਰ ਦੀ ਸੇਵਾ ਇਹਨਾਂ ਦੇ ਜ਼ਿੰਮੇ ਹੁੰਦੀ ਹੈ। ਜ਼ਬਾਨੀ ਪੰਡਤ ਕਿਸ਼ਨ ਸਿੰਘ ਜੀ ਫਿਰ ਪਤਾ ਕੀਤਾ ਕਿ ਬਿਹੰਗਮਾਂ ਵਾਸਤੇ ਲੰਗਰ ਪਾਣੀ ਦਾ ਕੀ ਪ੍ਰਬੰਧ ਹੈ ਤਾਂ ਕਿਸੇ ਨੇ ਨਾਭੇ ਵਾਲੇ ਲੰਗਰ ਤੇ ਜਾਣ ਲਈ ਦੱਸ ਪਾਈ, ਪਰ ਉੱਥੇ ਜਾ ਕੇ ਵੀ ਲੰਗਰ ਮਸਤਾਨਾ ਵੇਖਿਆ। ਪਤਾ ਲੱਗਾ ਕਿ ਉੱਥੋਂ ਦੇ ਪੁਜਾਰੀ ਵੀ ਆਪਣਾ ਹੀ ਪੇਟ ਪਾਲਣਾ ਜਾਣਦੇ ਸਨ। ਸੋ ਬਿਰਛਾਂ ਦੇ ਪੱਤੇ ਤੇ ਬੇਰ ਆਦਿ ਛਕ ਕੇ ਝੱਟ ਲੰਘਾਇਆ। ਅਗਲੇ ਦਿਨ ਫਿਰ ਐਵੇਂ ਬੀਤੀ ਤਾਂ ਮਨ ਵਿੱਚ ਵਿਚਾਰ ਆਈ ਕਿ ਇੱਥੇ ਤਾਂ ਰਾਗ ਦਵੈਸ਼ ਦੀ ਅੱਗ ਲੱਗੀ ਹੋਈ ਹੈ। ਉੱਥੋਂ 15 ਕੋਹਾਂ ਦੀ ਵਿੱਥ ਤੇ ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਦੀ ਸ਼ੋਭਾ ਕੰਨੀ ਪਈ ਤੇ ਅੰਦਰਲੀ ਪ੍ਰੇਰਨਾ ਅਨੁਸਾਰ ਲਹਿਰੇ ਖਾਨੇ ਪਹੁੰਚੇ। ਲਹਿਰੇ ਖਾਨੇ ਸਨ 1904 ਤੋਂ 1906 ਤੱਕ। ਲਹਿਰੇ ਦੇ ਨਾਮ ਦੇ ਇਲਾਕੇ ਵਿੱਚ 3 ਪਿੰਡ ਹਨ, ਲਹਿਰਾ ਖਾਨਾ, ਲਹਿਰਾ ਗਾਗਾ ਤੇ ਲਹਿਰਾ ਮੁਹੱਬਤ। ਸੰਤ ਵਧਾਵਾ ਸਿੰਘ ਜੀ ਇਲਾਕੇ ਦੇ ਪ੍ਰਸਿੱਧ ਮਹਾਤਮਾ ਸਨ, ਜਿਨ੍ਹਾਂ ਪਾਸ ਕਈ ਸਿੱਖਿਆ ਅਭਿਲਾਸ਼ੀ ਵਿਦਿਆ ਪ੍ਰਾਪਤੀ ਲਈ ਆਣ ਕੇ ਰਿਹਾ ਕਰਦੇ। ਕਿਹਾ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਹੱਥ ਦੇਖਣ ਵਾਲਾ
ਸੰਤ ਵਧਾਵਾ ਸਿੰਘ ਜੀ ਦੇ ਪਾਸ ਆਇਆ ਤੇ ਉਹਨਾਂ ਦਾ ਸੱਜਾ ਹੱਥ ਵੇਖ ਕੇ ਕਹਿਣ ਲੱਗਾ ਕਿ ਤੁਹਾਡੇ ਪਾਸ ਇੱਕ ਐਸਾ ਸੇਵਕ ਪੜ੍ਹਨ ਵਾਸਤੇ ਆਵੇਗਾ ਜਿਸ ਦੇ ਮੱਥੇ ਤੇ ਕੋਈ ਰੱਬੀ ਜਲਾਲ ਹੋਵੇਗਾ। ਉਸਨੇ ਤੁਹਾਡੇ ਜਪ ਤਪ ਨੂੰ ਫੈਲਾਉਣਾ ਹੈ, ਫਿਰ ਤੁਹਾਡੀ ਚੌਹਾਂ ਕੁੰਟੀ ਸੋਭਾ ਹੋਵੇਗੀ। ਇਹ ਸੁਣ ਸੰਤਾਂ ਦੇ ਮਨ ਵਿੱਚ ਇੱਕ ਵਿਲੱਖਣ ਉਮੰਗ ਉਤਪੰਨ ਹੋ ਗਈ। ਇਧਰੋਂ ਸਾਡੇ ਬਾਬਾ ਜੀ ਵੀ ਪਹੁੰਚ ਗਏ ਤੇ ਵਿਦਿਆ ਪ੍ਰਾਪਤੀ ਦਾ ਮਨੋਰਥ ਦੱਸਣ ਤੇ ਉੱਥੇ ਰਹਿਣ ਦੀ ਆਗਿਆ ਮਿਲ ਗਈ। ਹੋਰਨਾਂ ਵਿਦਿਆਰਥੀਆਂ ਤੇ ਸੇਵਕਾਂ ਵਾਂਗਰ ਭਾਵੇਂ ਸਥਾਨ ਅਤੇ ਸੰਤ ਮਹਾਰਾਜ ਦੀ ਸੇਵਾ ਵੀ ਕਰਦੇ, ਪਰ ਇਹਨਾਂ ਦਾ ਆਪਣਾ ਪ੍ਰੋਗਰਾਮ ਨਿਰਾਲਾ ਹੀ ਸੀ। ਗੱਲ ਕਿਸੇ ਨਾਲ ਬਹੁਤੀ ਕਰਨੀ ਨਾ, ਸਾਰਾ ਦਿਨ ਭਜਨ ਵਿੱਚ ਮਸਤ ਰਹਿਣਾ। ਕੁਝ ਦਿਨਾਂ ਪਿੱਛੋਂ ਸਮਾਂ ਲੱਭ ਕੇ ਇਹਨਾਂ ਨੇ ਵਿਦਿਆ ਦਾਨ ਲਈ ਬੇਨਤੀ ਕੀਤੀ। ਸੰਤ ਵਧਾਵਾ ਸਿੰਘ ਜੀ ਇਹਨਾਂ ਦੇ ਮਸਤਕ ਨੂੰ ਗੌਰ ਨਾਲ ਦੇਖ ਕੇ ਤੇ ਰਹਿਣੀ ਬਹਿਣੀ ਦਾ ਖਿਆਲ ਕਰਦੇ ਹੋਏ ਹੁਣ ਇਹ ਸਮਝਣ ਲੱਗ ਪਏ ਕਿ ਕਿਤੇ ਇਹ ਉਹ ਹੀ ਸੇਵਕ ਨਾ ਹੋਵੇ ਜਿਸ ਦੀ ਬਾਬਤ ਹੱਥ ਦੇਖਣ ਵਾਲਾ ਕੁਝ ਕਹਿ ਗਿਆ ਸੀ। ਇਸ ਲਈ ਕਿਹਾ, ਗੁਰਮੁਖਾ, ਤੈਨੂੰ ਪੜ੍ਹਾਉਣ ਦੀ ਤਾਕਤ ਤਾਂ ਸਾਡੇ ਪਾਸ ਨਹੀਂ ਹੈ। ਜੋ ਕੁਝ ਤੂੰ ਅੱਖਰ ਵਿਦਿਆ ਲੈਣੀ ਹੈ ਉਹ ਲੈ ਲੈ। ਇਹ ਕਹਿ ਕੇ ਸੰਤ ਜੀ ਬਰਾਂਡੇ ਵਿੱਚ ਨਿਕਲ ਆਏ ਤੇ ਫਰਸ਼ ਉੱਤੇ ਰੇਤਾ ਵਿਛਾ ਕੇ ਊੜੇ ਤੋਂ ਹਾ ਤੱਕ ਅੱਖਰ ਲਿਖ ਦਿੱਤੇ ਤੇ ਕਿਹਾ ਕਿ ਅੱਗੋਂ ਵੇਖ ਵੇਖ ਕੇ ਲਿਖੀ ਜਾਣਾ। ਬਾਬਾ ਜੀ, ਦਾਸ ਨੇ ਤਾਂ ਇਸ ਤਰ੍ਹਾਂ ਨਹੀਂ ਪੜ੍ਹਨਾ ਜਿਸ ਤਰ੍ਹਾਂ ਬੱਚਿਆਂ ਦੀ ਉਂਗਲ ਪਕੜ ਕੇ ਤੁਸੀਂ ਲਿਖਾਉਂਦੇ ਹੋ, ਉਵੇਂ ਹੀ ਲਿਖਾਓ। ਇਸ ਪਰ ਸੰਤ ਜੀ ਨੇ ਫਿਰ ਜ਼ਮੀਨ ਤੇ ਰੇਤਾ ਵਿਛਾਇਆ ਤੇ ਉਂਗਲ ਪਕੜ ਕੇ ਊੜੇ ਤੋਂ ਹਾ ਤੱਕ ਅੱਖਰ ਲਿਖਵਾਏ ਤੇ ਆਪਣੇ ਮਗਰ ਅੱਖਰਾਂ ਦਾ ਉਚਾਰਨ ਕਰਵਾਇਆ। ਜਦ ਹਾ ਅੱਖਰ ਉਚਾਰਿਆ ਤਾਂ ਨਾਲ ਹੀ ਕਹਿ ਦਿੱਤਾ, ਤੇਰਾ ਕੱਟਿਆ ਜਮਾਂ ਦਾ ਫਾਹਾ। ਇਸ ਤੋਂ 15 ਕੁ ਦਿਨ ਪਿੱਛੋਂ ਜਦ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਹੇ ਸਨ ਤਾਂ ਬਾਬਾ ਜੀ ਹੱਥ ਬੰਨ੍ਹ ਕੇ ਬਰਾਂਡੇ ਵਿੱਚ ਸਾਹਮਣੇ ਖੜੇ ਹੋ ਗਏ। ਸੰਤ ਜੀ, ਭਾਈ ਕਿਸ ਤਰ੍ਹਾਂ ਖੜਾ ਹੈ? ਮਹਾਰਾਜ, ਦਰਸ਼ਨ ਕਰਾਓ। ਇਸ ਪਰ ਸੰਤਾਂ ਨੇ ਅੰਦਰ ਬੁਲਾ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੁੱਕ ਕੇ ਕਿਹਾ, ਭਾਈ ਦਰਸ਼ਨ ਕਰ ਲੈ। ਦਰਸ਼ਨ ਤਾਂ ਹੋ ਗਏ, ਪਰ ਗੱਲਬਾਤ ਵੀ ਤਾਂ ਕਰਾਓ। ਅੱਗੋਂ ਬਾਬਾ ਜੀ ਨੇ ਬੇਨਤੀ ਕੀਤੀ। ਇਹਨਾਂ ਬੇਨਤੀਆਂ ਦਾ ਅਸਲ ਭਾਵ ਭਾਵੇਂ ਗੂੜ ਹੋਵੇਗਾ। ਇਸ ਪਰ ਸੰਤ ਜੀ ਨੇ ਏਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਆਦਿ ਦਾ ਉਚਾਰਨ ਕੀਤਾ ਤੇ ਬਾਬਾ ਜੀ ਪਿੱਛੇ ਪਿੱਛੇ ਬੋਲਦੇ ਗਏ। ਪੜ੍ਹਾਈ ਸੰਬੰਧੀ ਇਹ ਤਾਂ ਇੱਕ ਮਰਜ਼ਾਦਾ ਪੂਰਤੀ ਦੀ ਗੱਲ ਸੀ। ਬਾਕੀ ਪੜ੍ਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ ਅਰਥ ਬੋਧ ਇਤਨੀ ਛੇਤੀ ਆ ਗਏ ਜਿਸ ਤਰ੍ਹਾਂ ਕਿ ਪਿਛਲੀ ਯਾਦ ਨੂੰ ਹੀ ਤਾਜ਼ਾ ਕਰਨਾ ਸੀ। ਅਪਰੋਤਕ ਕਾਰਨਾਂ ਕਰਕੇ ਤੇ ਵਿਲੱਖਣ ਰਹਿਣੀ ਬਹਿਣੀ ਵੇਖ ਕੇ ਸੰਤ ਜੀ ਨੇ ਇਹਨਾਂ ਨੂੰ ਰਿਖੀ ਜੀ ਕਹਿਣਾ ਸ਼ੁਰੂ ਕਰ ਦਿੱਤਾ। ਪਿੰਡੋਂ ਬਾਹਰ ਇੱਕ ਖੂਹੀ ਹੈ ਜੋ ਰਿਖੀ ਜੀ ਦੀ ਖੂਹੀ ਕਰਕੇ ਵੱਜਦੀ ਹੈ। ਪਾਸ ਇੱਕ ਛੋਟੀ ਕੋਠੜੀ ਹੈ ਜਿਸ ਵਿੱਚ ਬਾਬਾ ਜੀ ਦਾ ਅਭਿਆਸ ਕਰਨਾ ਦੱਸੀਦਾ ਹੈ। ਇੱਕ ਦਿਨ ਦੀ ਗੱਲ ਹੈ ਕਿ ਸਾਧੂਆਂ ਦੀ ਇੱਕ ਮੰਡਲੀ ਸੰਤ ਵਧਾਵਾ ਸਿੰਘ ਜੀ ਦੇ ਦਰਸ਼ਨਾਂ ਨੂੰ ਆਈ। ਉਹਨਾਂ ਲਈ ਲੰਗਰ ਤਿਆਰ ਹੋ ਰਿਹਾ ਸੀ। ਹੋਰ ਸਥਾਨਾਂ ਵਾਂਗ ਸੰਤ ਜੀ ਦੇ ਸਥਾਨ ਤੇ ਵੀ ਦਸਤੂਰ ਸੀ ਕਿ ਲੰਗਰ ਦੀ ਸਾਰੀ ਸੇਵਾ ਵਿਦਿਆਰਥੀ ਅਤੇ ਸੇਵਕਾਂ ਕੋਲੋਂ ਲਈ ਜਾਂਦੀ। ਸੇਵਕਾਂ ਵਿੱਚੋਂ ਈਸ਼ਰ ਸਿੰਘ ਨਾਮੀ ਇੱਕ ਸੇਵਕ ਸਾਧ ਬੇਲੇ ਦੇ ਲੰਗਰ ਵਿੱਚ ਸੇਵਾ ਕਰ ਚੁੱਕਿਆ ਸੀ ਤੇ ਉਸ ਦੀ ਬਿਰਤੀ ਖਾਣ ਪੀਣ ਦੀਆਂ ਵਸਤਾਂ ਵਿੱਚ ਰਹਿੰਦੀ। ਉਹ ਬੜੀ ਚਾਹ ਨਾਲ ਮਾਲ ਪੂੜਿਆਂ ਤੇ ਖੀਰ ਦਾ ਜ਼ਿਕਰ ਕਰਨ ਲੱਗ ਪਿਆ ਜੋ ਉਸ ਸਾਧ ਬੇਲੇ ਦੇ ਲੰਗਰ ਵਿੱਚ ਬਣਾਉਂਦਾ ਰਿਹਾ ਸੀ। ਬਾਬਾ ਜੀ ਉਸ ਵੇਲੇ ਕੋਲ ਬੈਠੇ ਭਾਜੀ ਛਿਲ ਰਹੇ ਸਨ। ਆਪਣੇ ਮੂੰਹ ਤੇ ਝੱਟ ਚਪੇੜ ਮਾਰ ਕੇ ਕਹਿਣ ਲੱਗੇ, ਮੂਰਖਾ, ਇੱਥੇ ਪਦਾਰਥਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਤੂੰ ਪ੍ਰਸ਼ਾਦੇ ਛਕਣ ਲਈ ਇੱਥੇ ਠਹਿਰਿਆ ਹੋਇਆ ਹੈ। ਇੰਨਾ ਕਹਿ ਕੇ ਬਾਹਰ ਜੰਗਲ ਨੂੰ ਚਲੇ ਗਏ। ਜਦ ਸੰਤ ਵਧਾਵਾ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੋਰਨਾਂ ਨੂੰ ਤਾੜਨਾ ਕੀਤੀ ਤੇ ਕਿਹਾ ਕਿ ਲੰਗਰ ਤਿਆਰ ਕਰਦਿਆਂ ਵੀ ਜਾਂ ਤਾਂ ਪਰਮਾਰਥ ਦੀ ਗੱਲ ਕਰਨ ਜਾਂ ਚੁੱਪ ਰਹਿਣ। ਰਿਖੀ ਜੀ ਦੇ ਪਿੱਛੇ ਆਦਮੀ ਭੇਜਿਆ ਤਾਂ ਪਤਾ ਲੱਗਾ ਕਿ ਦੂਰ ਟਿੱਬੇ ਤੇ ਬੈਠ ਕੇ ਭਜਨ ਵਿੱਚ ਮਸਤ ਹਨ।
ਤਾਂ ਉਹਨਾਂ ਲਈ ਪ੍ਰਸ਼ਾਦਾ ਉੱਥੇ ਹੀ ਭਿਜਵਾ ਦਿੱਤਾ। ਅੱਗੇ ਤੋਂ ਇਹ ਸਾਰਾ ਸਮਾਂ ਟਿੱਬੇ ਤੇ ਹੀ ਕੱਟਣ ਲੱਗ ਪਏ। ਅੱਧੀ ਰਾਤੀ ਆਉਣਾ ਜਾਂ ਤਾਂ ਪੌੜੀਆਂ ਵਿੱਚ ਬੈਠੇ ਰਹਿਣਾ, ਨਹੀਂ ਤਾਂ ਮੱਥਾ ਟੇਕ ਕੇ ਵਾਪਸ ਮੁੜ ਜਾਣਾ। ਇੱਕ ਦਿਨ ਸੰਤ ਬਦਾਵਾ ਸਿੰਘ ਜੀ ਨੇ ਪੁੱਛਿਆ, ਰਿਖੀ ਜੀ, ਗੁਰੂ ਨਾਨਕ ਦੇਵ ਜੀ ਨੂੰ ਕਿਹਨੇ ਪੜ੍ਹਾਇਆ ਸੀ? ਇਹ ਸੁਣਦੇ ਸਾਰ ਬਾਬਾ ਜੀ ਉੱਠ ਖੜੋਤੇ ਤੇ ਰੋ ਰੋ ਕੇ ਕਿਹਾ, ਮੈਂ ਤਾਂ ਤੁਹਾਡੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਦਾ ਕੁੱਕਰ ਹਾਂ। ਇਹ ਕਹਿੰਦਿਆਂ ਸਾਰੇ ਪੌੜੀਆਂ ਤੋਂ ਹੇਠਾਂ ਉਤਰ ਗਏ। ਇਸ ਪਰ ਸੰਤ ਬਦਾਵਾ ਸਿੰਘ ਜੀ ਨੇ ਦੂਜੇ ਸੇਵਕਾਂ ਤੇ ਵਿਦਿਆਰਥੀਆਂ ਨੂੰ ਕਹਿ ਦਿੱਤਾ, ਇਹ ਬੜਾ ਤਪੀ ਤੇ ਪ੍ਰਤਾਪੀ ਹੈ, ਇਸ ਨੂੰ ਤੁਸੀਂ ਕੁਝ ਨਹੀਂ ਕਹਿਣਾ। ਉਹ ਹਾਲੀ ਵੀ ਈਰਖਾ ਤੇ ਬੇਸਮਝੀ ਵਿੱਚ ਸਨ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਅਨਪੜ੍ਹਤਾ ਤਾਂ ਹੈ, ਪ੍ਰਤਾਪੀ ਕਾਹਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵੋਲਿਊਮ ਨੰਬਰ 4 ਦੇ ਅੰਦਰ ਭਾਗ ਪਹਿਲੇ ਦੇ ਅੰਗ 17 ਤੋਂ ਲੈ ਕੇ ਅੰਗ 24 ਤੱਕ ਆਪ ਜੀ ਨੂੰ ਸਰਵਣ ਕਰਾਇਆ ਗਿਆ ਹੈ। ਬੇਨਤੀ ਹੈ, YouTube ਦੇ ਉੱਪਰ ਹਰ ਐਤਵਾਰ ਅਤੇ ਬੁੱਧਵਾਰ ਨੂੰ ਨਵੀਂ ਵੋਲਿਊਮ ਅਪਡੇਟ ਹੋਇਆ ਕਰੇਗੀ। ਦੂਸਰੀ ਬੇਨਤੀ, ਜੋ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਦਰ ਘਰ ਦੇ ਨਾਲ ਪਿਆਰ ਕਰਨ ਵਾਲੇ ਹਨ, ਜਿਨ੍ਹਾਂ ਨੂੰ ਆਨੰਦ ਸਰੋਵਰ ਅਜੇ ਤੱਕ ਪੜ੍ਹਨ ਜਾਂ ਸੁਣਨ ਦਾ ਮੌਕਾ ਨਹੀਂ ਮਿਲਿਆ, ਪਿਆਰਿਓ, ਉਹਨਾਂ ਤੱਕ ਵੀ ਇਹ ਸੰਦੇਸ਼ ਪਹੁੰਚਾਓ ਅਤੇ ਉਹਨਾਂ ਨੂੰ ਵੀ ਕਹੋ ਕਿ ਇਸ ਨੂੰ ਸਰਵਣ ਕਰਨ, ਤਾਂ ਕਿ ਬਾਬਾ ਜੀ ਦਾ ਜੀਵਨ ਅਤੇ ਉਹਨਾਂ ਦੇ ਦਿੱਤਾ ਉਪਦੇਸ਼ ਅਤੇ ਉਹਨਾਂ ਦੀ ਰਹਿਣੀ ਬਹਿਣੀ ਦੇ ਵਿੱਚੋਂ ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਅੰਸ਼ ਉਤਾਰ ਸਕੀਏ, ਜਿਸ ਸਦਕਾ ਸਾਡੇ ਸਾਰਿਆਂ ਦਾ ਵੀ ਭਲਾ ਹੋਵੇ। ਹੋਈਆਂ ਭੁੱਲਾਂ ਦੀ ਮਾਫੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।